इस संघर्ष नूं जितण दे विच कोई पार्टी खुश नहीं गी। कोई अकाली दल, कोई कांग्रेस कह लीए जां कोई भाजपा, सियासी पार्टियां इस अंदोलन नूं अंदरों चाहुंदियां भी ये अंदोलन जिहड़ा हर जाण किसान ते उत्थों वापस आ जाण। असीं 74 सालां तो आज़ाद होए 1947 तो लैके ते 74 सालां दे विच रंग बरंगीਆਂ सरकारां आईयां, वो सेंटर दे विच भी आईयां, पंजाब दे विच भी आईयां वा। इन्हां तरह तरह के लारे ला के ते जिहड़े लोग असीं अज भी मीटिंग ला के सरकार दे नाल संघर्ष कर रहे हां, इन्हां लोकां दी खज्जल खुआरी कीती, अपने वादिआं तो भज्जे आ नहींगा। ये कोशिश करते आ जिद्दां बादल ने 100 दिनां जिहड़ी यात्रा परसों चलाई सी वो जीरे दे विच ही रोकती है, नहीं यात्रा होण देनी। असीं दसना भी चाहुंदे आ भी ये यात्रा जूतरा जिन्ना चिर किसानां दा अंदोलन चलदा वा अपणीਆਂ यात्रावां बंद करना, जे किसानां दी हमायत करनी ते कर सकण। कोई इन्हां नूं बहुती काहली नहीं पई, अजे वोटां दे विच 7 महीने आ। इहदा मोदी जिहड़ी गल करदा वा इहदा झोला इहदे गल दे विच पा के ते फिर इहनूं सरकार चों कढांगे। ਇਹ ਅਸੀਂ 24 तक भी तैयार हाँ। ਸਾਡੇ मीडिया जरिए दसना चाहिए साडी बाज वाली आख्या ਜਿਹੜੇ ਅਸੀਂ ਉੱਥੇ ਆਗੂ ਬੈਠੇ ਆ ਜਾਂ ਸੰਯੁਕਤ ਮੋਰਚਾ ਵਾ ਜਾਂ ਸਾਡਾ ਪੰਜਾਬ ਦੀਆਂ ਜਥੇਬੰਦੀਆਂ ਦਾ ਸਾਡਾ ਇੱਕ ਮੰਚ ਆ, ਸਾਡੀ ਬਾਜ ਵਰਗੀ ਆਖਿਆ ਇਸ ਵੋਟਾਂ ਦੇ ਵਿੱਚ ਵੀ ਜਦੋਂ ਕੋਈ ਇਲੈਕਸ਼ਨਾਂ ਦਾ ਦੌਰ ਆਊਗਾ ਇਹੋ ਜਿਹਾ ਰੋਲ ਨਿਭਾਵਾਂਗੇ, ਉਹ ਟਾਈਮ ਆਣ ਕੇ ਦੱਸੂਗਾ। ਹਾਂਜੀ, किसान ਹੁਣ ਉਹ किसान नहीं रहा कि ਜਿਹੜਾ ਅਨਪੜ੍ਹ ਹੁੰਦਾ ਸੀ ਤੇ ਬੇਵਕੂਫ ਬਣਾ ਜਾਂਦੇ ਸੀ। ਅੱਜ ਜੇ ਅਸੀਂ ਮੀਟਿੰਗਾਂ 11 ਦੌਰ ਚੱਲੇ ਨੇ ਤਾਂ IAS ਅਫਸਰਾਂ ਨੂੰ ਇਹ ਦੱਸ ਦਿੱਤਾ ਗਿਆ ਹੈ ਕਿ ਜੇ ਤੁਸੀਂ ਸਾਡੇ ਨਾਲ ਕੋਈ ਗੱਲ ਕਰੋਗੇ ਤਾਂ ਤੁਹਾਡੀ ਗੱਲ ਦਾ ਜਵਾਬ ਦਲੀਲ ਨਾਲ ਦੇ ਕੇ ਤੁਹਾਡੀ ਗਲਤੀ ਵੀ ਕੱਢੀ ਜਾ ਸਕਦੀ ਹੈ। 75 ਸਾਲ ਸਾਡੇ ਮੁਲਕ ਨੂੰ ਆਜ਼ਾਦ ਹੋਣ ਨੂੰ ਹੋ ਗਏ ਨੇ, ਜੇ ਅੱਜ ਵੀ ਸਾਡੇ ਬਜ਼ੁਰਗਾਂ ਨੂੰ ਸੜਕਾਂ ਤੇ ਬਹਿਣਾ ਪੈ ਰਿਹਾ ਹੈ ਗਰਮੀ 'ਚ, ਤਾਂ ਇਹ ਨਾਕਾਮਯਾਬੀ ਸਾਡੀ ਨਹੀਂ ਹੈਗੀ, ਇਹ ਨਾਕਾਮਯਾਬੀ ਸੂਬਾ ਸਰਕਾਰ ਦੀ ਤੇ ਸੈਂਟਰ ਗਵਰਨਮੈਂਟ ਦੀ ਹੈ। ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸ ਦੇਣਾ ਚਾਹੁੰਦਾ ਆਮ ਲੋਕਾਂ ਨੂੰ ਕਿ ਅੱਜ ਵੀ ਜਾਗ ਜਾਓ ਤਾਂ ਜੋ ਸਾਡੇ ਬਜ਼ੁਰਗਾਂ ਦਾ ਜਿਹੜਾ ਬੁਢਾਪਾ ਸੁਧਰ ਜਾਏ, ਆਉਣ ਵਾਲੀਆਂ ਜਨਰੇਸ਼ਨਸ ਦਾ ਜਿਹਨਾਂ ਨੂੰ ਆਪਾਂ ਮੂੰਹ ਦਿਖਾ ਸਕੀਏ। ਜੇ ਅੱਜ ਵੀ ਨਾ ਸੁਧਰੇ, ਅੱਜ ਵੀ ਛੋਟੀਆਂ ਗੱਲਾਂ ਕਰਕੇ ਇਹਨਾਂ ਨੂੰ ਰਾਜ-ਬਾਜ ਬਖਦੇ ਰਹੇ ਤਾਂ ਫਿਰ ਆਉਣ ਵਾਲੇ ਜਨਰੇਸ਼ਨਸ ਨਾ ਤਾਂ ਸਾਡੇ ਨਾਲ ਖੁਸ਼ ਰਹਿਣਗੀਆਂ ਤੇ ਨਾ ਹੀ ਆਪਾਂ ਕੁਝ ਕਰ ਪਾਵਾਂਗੇ। ਤਾਂ ਹੀ ਸਾਡਾ ਸਾਰਾ ਯੂਥ ਅੱਜ ਦੇ ਟਾਈਮ 'ਚ ਕੈਨੇਡਾ ਵੱਲ ਤੇ ਬਾਹਰਲੀਆਂ ਕੰਟਰੀਆਂ ਵੱਲ ਭੱਜ ਰਿਹਾ। ਅੱਜ ਅਸੀਂ ਬਲਾਕ ਖਡੂਰ ਸਾਹਿਬ, ਬਲਾਕ ਚੋਲਾ ਸਾਹਿਬ, ਜੋ ਸਾਡੀਆਂ ਬਲਾਕਾਂ ਜਥੇਬੰਦੀਆਂ ਦੀਆਂ ਚੱਲਦੀਆਂ ਸੀ, 2 ਬਲਾਕਾਂ ਦੀ ਜਿਹੜੀ ਅੱਜ ਪਵਿੱਤਰ ਸਥਾਨ ਗੁਰਦੁਆਰਾ ਤਪਿਆਣਾ ਸਾਹਿਬ ਦੇ ਦੀਵਾਨ ਹਾਲ ਦੇ ਵਿੱਚ ਆ ਮੀਟਿੰਗ ਲਾਈ ਆ। ਅਸੀਂ ਜਥੇਬੰਦੀ ਵੱਲੋਂ ਜਿਹੜਾ ਦਿੱਲੀ ਮੋਰਚਾ ਚੱਲਦਾ ਵਾ ਉਹਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਆਪ ਦਾ ਜਿਹੜਾ ਵਾ ਉਹ ਪੂਰੀਆਂ ਤਿਆਰੀਆਂ ਕਰ ਰਹੇ ਹਾਂ। ਜਿੱਦਾਂ ਆ ਮੀਟਿੰਗਾਂ ਲਾਈਆਂ, ਇਸ ਤੋਂ ਪਹਿਲਾਂ ਅਸੀਂ ਸਾਰੀਆਂ ਬਲਾਕਾਂ ਦੇ ਵਿੱਚ ਅੱਗੇ ਵੀ ਮੀਟਿੰਗਾਂ ਲਾ ਲਈਆਂ। ਤਰਨਤਾਰਨ ਸਾਈਡ ਵੀ ਲਾਈ ਆ, ਭਿੱਖੀਵਿੰਡ ਆਪਣੇ ਸਾਡੇ ਗੰਡੀਵਿੰਡ ਬਲਾਕ ਚੱਲਦੇ ਉੱਥੇ ਵੀ ਲਾਈ ਆ, ਬਾਬਾ ਬਕਾਲਾ ਸਾਹਿਬ ਮੀਟਿੰਗ ਲਾਈ ਆ, ਅੰਮ੍ਰਿਤਸਰ ਕੱਲ੍ਹ ਮੀਟਿੰਗ ਲਾ ਕੇ ਆਏ ਹਾਂ। ਸਾਰੀਆਂ ਭਰਵੀਆਂ ਮੀਟਿੰਗਾਂ ਲਾ ਰਹੇ ਹਾਂ ਤੇ ਅਸੀਂ 25 ਤਰੀਕ ਨੂੰ ਇੱਕ ਕਾਰਾਂ ਦਾ ਕਾਫਲਾ ਲੈ ਕੇ ਦਿੱਲੀ ਦੇ ਬਾਰਡਰ ਵੱਲ ਨੂੰ ਜਾ ਰਹੇ ਹਾਂ, ਜਿਹਦਾ ਅਸੀਂ 25 ਤਰੀਕ ਨੂੰ ਇਸੇ ਤੁਰਨਾ ਸਾਡਾ ਰੂਟ ਆ। ਅਸੀਂ ਸ਼ਾਮ ਨੂੰ ਸਰਹੰਦ ਸਾਹਿਬ, ਫਤਿਹਗੜ੍ਹ ਸਾਹਿਬ ਅਸੀਂ ਜਾ ਕੇ ਆਪ ਦਾ ਉੱਥੇ ਅਸੀਂ ਰਹਿਣ ਰਾਤ ਕੱਟਣੀ ਆ। ਉੱਥੇ ਅਸੀਂ ਆਪ ਦੇ ਗੁਰੂ ਮਹਾਰਾਜ ਨੂੰ ਮੱਥਾ ਟੇਕਾਂਗੇ, ਉਹਨਾਂ ਤੋਂ ਉਹਨਾਂ ਦੇ ਗਾੜੀ ਨੱਕ ਗੋਡਾ ਰਗੜਾਂਗੇ, ਉਹਨਾਂ ਤੋਂ ਇਸ ਮੋਰਚੇ ਦੀ ਜਿੱਤ ਦੀ ਅਰਦਾਸ ਕਰਾਂਗੇ। 26 ਤਰੀਕ ਨੂੰ ਸਵੇਰੇ ਅਸੀਂ 7 ਵਜੇ ਉੱਥੋਂ ਅਸੀਂ ਦਿੱਲੀ ਦੇ ਬਾਰਡਰ, ਸਿੰਘੂ ਬਾਰਡਰ 'ਤੇ ਜਿਹੜਾ ਅਸੀਂ 11 ਕੁ ਵਜੇ ਪਹੁੰਚਾਂਗੇ। ਆਪ ਵੀ ਮੀਡੀਆ ਵਾਲਿਆਂ ਨੇ ਸਾਰਿਆਂ ਨੇ ਜਿਹੜੇ ਮੋਰਚੇ ਦੇ ਸਾਡੇ ਪ੍ਰੋਗਰਾਮ ਉਹਨਾਂ ਨੂੰ ਸੁਣਿਆ ਵਾ ਕਿ ਅਸੀਂ 26 ਤੇ 27 ਤਰੀਕ ਨੂੰ ਇੱਕ ਭਾਰਤ ਭਰ ਦੀ ਕਨਵੈਨਸ਼ਨ ਕਰਾ ਰਹੇ ਹਾਂ, ਜਿਹਦੇ ਵਿੱਚ ਸਾਰੇ ਹਿੰਦੁਸਤਾਨ ਦੀਆਂ ਜਥੇਬੰਦੀਆਂ, ਬੁੱਧੀਜੀਵੀ, ਸਾਡੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ, ਵਕੀਲ ਸਾਹਿਬਾਨ, ਉਹ ਸਾਰੀ ਇੱਕ ਵੱਡੀ ਕਨਵੈਨਸ਼ਨ ਕਰਕੇ ਤੇ ਇਸ ਜਿਹੜੀ ਮੋਦੀ ਦੀ ਸਰਕਾਰ ਨੂੰ ਇੱਕ ਉੱਥੋਂ ਅਸੀਂ ਜਿੱਦਾਂ ਅੱਗੇ ਕਿਸਾਨ ਸੰਸਦ ਚਲਾ ਕੇ ਇਹਨਾਂ ਨੂੰ ਲਾਜਵਾਬ ਕੀਤਾ ਵਾ, ਉਸ ਤਰੀਕੇ ਦੇ ਨਾਲ ਅਸੀਂ 26 ਤੇ 27 ਤਰੀਕ ਨੂੰ ਵੱਡੀ ਕਨਵੈਨਸ਼ਨ ਦੇ ਵਿੱਚ ਆਪ ਦੀ ਕਨਵੈਨਸ਼ਨ ਦਾ ਜਵਾਬ ਸਰਕਾਰ ਕੋ ਮੰਗਣ ਵਾਸਤੇ ਉਹ ਕਰ ਰਹੇ ਹਾਂ। ਇਸੇ ਕਰਕੇ ਅਸੀਂ 26 ਤਰੀਕ ਨੂੰ ਉੱਥੇ ਪਹੁੰਚਣਾ ਵਾ। ਵੱਡੀ ਗਿਣਤੀ ਦੇ ਵਿੱਚ ਅਸੀਂ ਆਪਣੀ ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਜ਼ਿਲ੍ਹਾ ਤਰਨਤਾਰਨ ਸਾਹਿਬ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ, ਨਾਲ ਸਾਡੇ ਕਪੂਰਥਲਾ ਇਲਾਕਾ, ਸਾਡਾ ਜਲੰਧਰ ਤੋਂ ਸਾਡੇ ਨਾਲ ਪ੍ਰੋਫੈਸਰ ਸਿੰਘ ਹੋਣੀ, ਪ੍ਰੋਫੈਸਰ ਕੰਵਰ ਸਰਤਾਜ ਸਿੰਘ ਹੋਣੀ ਸਾਡੇ ਨਾਲ ਸਾਡੀ ਜਥੇਬੰਦੀ ਦੇ ਉੱਥੇ ਅਹਿਮ ਭੂਮਿਕਾ ਨਿਭਾ ਰਹੇ ਆ, ਆਗੂ ਦੀ ਰੋਲ ਨਿਭਾ ਰਹੇ ਆ। ਜਦੋਂ ਦਾ ਮੋਰਚਾ ਲੱਗਾ ਵਾ ਕੋਈ
10 ਵਾਰਾਂ ਉੱਥੇ ਇਹਨਾਂ ਨੇ ਰਸਤਾਂ ਭੇਜੀਆਂ, ਬੜੇ ਪਾਣੀ ਦੀਆਂ ਗੱਡੀਆਂ, ਰਸਤਾਂ ਦੀਆਂ ਗੱਡੀਆਂ, ਪੱਖੇ, ਕੂਲਰ, ਬੜੀ ਇਹ ਸਹਾਇਤਾ ਕਰ ਰਹੇ। ਉਹ ਵੀ ਅੱਜ ਸਾਡੇ ਵਿੱਚ ਵਾ, ਜਲੰਧਰੋਂ ਨਾਲ ਸਾਡੇ ਰਲ ਰਿਹਾ। ਅਸੀਂ ਲੁਧਿਆਣਿਓਂ ਕੋ ਸਾਡਾ ਜਾ ਕੇ ਜਿਹੜਾ ਜਥਾ ਰਲੂਗਾ। ਅਸੀਂ ਇਹਨਾਂ 5-6 ਜ਼ਿਲ੍ਹਿਆਂ ਦੇ ਵਿੱਚੋਂ ਬੜੀ ਵੱਡੀ ਗਿਣਤੀ ਦੇ ਵਿੱਚ ਅਸੀਂ ਕਾਰਾਂ ਦਾ ਜਿਹੜਾ ਕਾਫਲਾ ਲੈ ਕੇ ਜਾ ਰਹੇ ਹਾਂ ਤੇ ਉਸ ਕਨਵੈਨਸ਼ਨ ਨੂੰ ਹਮਾਇਤ ਕਰਨ ਵਾਸਤੇ ਉਹ ਅਸੀਂ 12 ਵਜੇ ਉੱਥੇ ਪਹੁੰਚਾਂਗੇ ਤੇ ਉਸ ਕਨਵੈਨਸ਼ਨ ਨੂੰ ਉੱਥੇ ਜਾ ਕੇ ਅਸੀਂ ਉਹਨਾਂ ਦੇ ਹੌਸਲਾ ਵਧਾਈ ਕਰਾਂਗੇ। ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡਾ ਡੈਲੀਗੇਸ਼ਨ ਦਾ ਸਾਡੇ ਉੱਥੇ ਵਿੱਚ 10 ਬੰਦੇ, ਸਾਡੀ ਹਰ ਪੰਜਾਬ ਦੀ ਜਥੇਬੰਦੀ ਵੱਲੋਂ 10 ਬੰਦੇ ਉਹਦੇ ਵਿੱਚ ਬਹਿਣੇ ਆ। ਉਹ ਫਿਰ ਸਾਡੇ ਜੇ ਕਹਿ ਲਈਏ ਤੇ ਸਾਡਾ ਕਾਫਲਾ ਉਹਨਾਂ 10 ਬੰਦਿਆਂ ਨੂੰ ਉਸ ਕਨਵੈਨਸ਼ਨ ਦੇ ਵਿੱਚ ਐਂਟਰ ਕਰਾ ਕੇ ਤੇ ਉਹਦੀ ਚੜ੍ਹਦੀ ਕਲਾ ਦੇ ਜਕਾਰੇ ਛੱਡ ਕੇ ਫਿਰ ਅਸੀਂ ਉੱਥੇ 2 ਦਿਨ ਜਿਹੜਾ ਵਾ ਆਪਦਾ ਉਸ ਪ੍ਰਦਰਸ਼ਨ ਨੂੰ ਵੇਂਦੇ ਰਵਾਂਗੇ। ਇਹ ਅਸੀਂ ਆਪਦੇ ਉਸ ਤਿਆਰੀ ਦਾ ਕਰਕੇ ਜਿਹੜੀ ਅੱਜ ਦੀ ਇਹ ਵੱਡੀ ਮੀਟਿੰਗ ਸੱਦੀ ਆ 2 ਬਲਾਕਾਂ ਦੇ ਵਿੱਚੋਂ ਜੇ ਕਹਿ ਲਈਏ। ਪ੍ਰਧਾਨ ਜੀ 2022 ਦੀਆਂ ਚੋਣਾਂ ਆਉਣ ਵਾਲੀਆਂ ਜੀ। ਵੱਖ-ਵੱਖ ਪਾਰਟੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਪੰਜਾਬ ਦੀਆਂ ਉਹ ਲੋਕਾਂ ਨੂੰ ਜਿਹੜੇ ਲੋਕ ਲੁਭਾਊ ਜਿਹੜੇ ਆ ਵਾਅਦੇ ਕਰ ਰਹੀਆਂ ਆ, ਪਰ ਕਿਤੇ ਨਾ ਕਿਤੇ ਜਿਹੜੇ ਆ ਉਹ ਕਿਸਾਨੀ ਸੰਘਰਸ਼ ਦੇ ਬਾਰੇ ਕਦੇ ਵੀ ਉਹਨਾਂ ਨੇ ਕੋਈ ਜਿਹੜੀ ਆ ਗੱਲ ਨਹੀਂ ਕੀਤੀ। ਕੀ ਇਹਨੂੰ ਕਿਸ ਤਰ੍ਹਾਂ ਲੈਂਦੇ ਜੀ ਤੁਸੀਂ? ਵੇਖੋ ਜੀ, ਸਿਆਸੀ ਪਾਰਟੀਆਂ ਦੀ ਪਹਿਲਾਂ ਇੱਕ ਤੇ ਗੱਲ ਮੈਂ ਆਖਰ ਕਰਨੀ ਚਾਹੁੰਦਾ ਵਾਂ। ਸਿਆਸੀ ਪਾਰਟੀਆਂ ਸਾਡੇ ਇਸ ਸੰਘਰਸ਼ ਨੂੰ ਜਿੱਤਣ ਦੇ ਵਿੱਚ ਕੋਈ ਪਾਰਟੀ ਖੁਸ਼ ਨਹੀਂ ਗਈ। ਕੋਈ ਅਕਾਲੀ ਦਲ, ਕੋਈ ਕਾਂਗਰਸ ਕਹਿ ਲਈਏ ਜਾਂ ਕੋਈ ਭਾਜਪਾ, ਤੇ ਅੱਗੇ ਭਾਜਪਾ ਦੇ ਨਾਲ ਆਪਣੀ ਲੜਾਈ ਆ। ਇਹ ਸਿਆਸੀ ਪਾਰਟੀਆਂ ਇਸ ਅੰਦੋਲਨ ਨੂੰ ਅੰਦਰੋਂ ਚਾਹੁੰਦੀਆਂ ਵੀ ਇਹ ਅੰਦੋਲਨ ਜਿਹੜਾ ਹਰ ਜਾਣ ਕਿਸਾਨ ਤੇ ਉੱਥੋਂ ਵਾਪਸ ਆ ਜਾਣ। ਜੇ ਉਹ ਅੰਦੋਲਨ ਜਿੱਤਿਆ ਜਾਂਦਾ ਵਾ ਤੇ ਇਹਨਾਂ ਸਿਆਸੀ ਪਾਰਟੀਆਂ ਦੇ ਸਾਡੇ ਪੰਜਾਬ ਦੀ ਨਹੀਂ, ਸਾਡੇ ਹਿੰਦੁਸਤਾਨ ਦੀ ਕੋਈ ਤਸਵੀਰ ਦੇ ਵਿੱਚ ਕਾਫੀ ਬਦਲਾਅ ਆ ਰਿਹਾ ਵਾ। ਇਸ ਕਰਕੇ ਇਹ ਪਾਰਟੀਆਂ ਆਪਣਾ ਜਿਹੜਾ ਹੱਥ ਕੰਡੇ ਅਪਣਾ ਰਹੀਆਂ ਵਾ। ਇਹ ਲੋਕਾਂ ਨੇ ਸਾਰਿਆਂ ਨੇ ਪਛਾਣ ਲਿਆ ਵਾ। ਕੋਈ ਇਹਦੇ ਵਿੱਚ ਕੋਈ ਭੁਲੇਖਾ ਪਾਉਣ ਵਾਲੀ ਅੱਜ ਗੱਲ ਨਹੀਂ ਹੈਗੀ। ਅਸੀਂ 74 ਸਾਲਾਂ ਤੋਂ ਆਜ਼ਾਦ ਹੋਏ ਹਾਂ 1947 ਤੋਂ ਲੈ ਕੇ, ਤੇ 74 ਸਾਲਾਂ ਦੇ ਵਿੱਚ ਰੰਗ ਬਰੰਗੀਆਂ ਸਰਕਾਰਾਂ ਆਈਆਂ। ਉਹ ਸੈਂਟਰ ਦੇ ਵਿੱਚ ਵੀ ਆਈਆਂ, ਪੰਜਾਬ ਦੇ ਵਿੱਚ ਵੀ ਆਈਆਂ ਵਾ। ਇਹਨਾਂ ਤਰ੍ਹਾਂ ਦੇ ਲਾਰੇ ਲਾ ਕੇ ਤੇ ਜਿਹੜੇ ਲੋਕ ਅਸੀਂ ਅੱਜ ਵੀ ਮੀਟਿੰਗ ਲਾ ਕੇ ਸਰਕਾਰ ਦੇ ਨਾਲ ਸੰਘਰਸ਼ ਕਰ ਰਹੇ ਹਾਂ, ਇਹਨਾਂ ਲੋਕਾਂ ਦੀ ਖੱਜਲ ਖੁਆਰੀ ਕੀਤੀ ਆ, ਆਪਣੇ ਵਾਅਦਿਆਂ ਤੋਂ ਭੱਜੇ ਆ। ਇਸ ਕਰਕੇ ਸਾਰੇ ਹੀ ਅਸੀਂ ਕਿਸਾਨ, ਮਜ਼ਦੂਰ, ਦੁਕਾਨਦਾਰ, ਮੁਲਾਜ਼ਮ ਸਾਰਾ ਅਸੀਂ ਸਮਝ ਕੇ ਬੈਠੇ ਹੋਏ ਹਾਂ ਕਿ ਇਹਨਾਂ ਦੇ ਕੋਲ ਸਾਡਾ ਭਲਾ ਨਹੀਂ ਹੈ। ਜਿੰਨੇ ਮਰਜ਼ੀ ਪਿੰਡਾਂ ਦੇ ਵਿੱਚ ਫਿਰ ਉਹ ਆ ਜਿਹੜੀ ਤੀਜੀ ਪਾਰਟੀ ਆਈ ਆ, ਉਹ ਪਿੰਡਾਂ ਦੇ ਵਿੱਚ ਜਿੱਦਾਂ ਇਹ ਪਿਛਲੇ ਇਲੈਕਸ਼ਨ ਦੇ ਵਿੱਚ ਕੈਪਟਨ ਨੇ ਘਰ ਘਰ ਜਾ ਕੇ ਫਾਰਮ ਭਰਾਏ ਸੀ ਵੀ ਤੁਹਾਡਾ ਕਰਜ਼ਾ ਮਾਫ ਕਰਾਂਗੇ, ਤੁਹਾਡੇ ਬੱਚਿਆਂ ਨੂੰ ਨੌਕਰੀ ਦੇਵਾਂਗੇ, ਬੜਾ ਕੁਝ ਕਿਹਾ ਸੀ ਉਹਦੇ ਵਿੱਚ। ਉਸੇ ਤਰ੍ਹਾਂ ਜਿਹੜੇ ਹੁਣ ਆਮ ਪਾਰਟੀ ਵਾਲੇ ਆ ਉਹ ਪਿੰਡਾਂ ਦੇ ਵਿੱਚ ਫਾਰਮ ਭਰਾ ਰਹੇ ਆ। ਇਸ ਕਰਕੇ ਅਸੀਂ ਦੱਸਣਾ ਚਾਹੁੰਦੇ ਇਹਨਾਂ ਪਾਰਟੀਆਂ ਤੋਂ ਜਿਹੜਾ ਵਾ ਮੋਹ ਭੰਗ ਹੋਇਆ ਵਾ ਸਾਡੇ ਸਾਰੇ ਆਵਾਮ ਦਾ। ਇਹਨਾਂ ਦੇ ਕੋਈ ਹੱਥ ਪੱਲੇ ਨਹੀਂ ਗਾ। ਇਹ ਕੋਸ਼ਿਸ਼ ਕਰਦੇ ਆ ਜਿੱਦਾਂ ਬਾਦਲ ਨੇ 100 ਦਿਨਾਂ ਜਿਹੜੀ ਯਾਤਰਾ ਪਰਸੋਂ ਚਲਾਈ ਸੀ ਉਹ ਜੀਰੇ ਦੇ ਵਿੱਚ ਹੀ ਰੋਕਤੀ ਆ। ਨਹੀਂ ਯਾਤਰਾ ਹੋਣ ਦੇਣੀ। ਅਸੀਂ ਦੱਸਣਾ ਵੀ ਚਾਹੁੰਦੇ ਆ ਵੀ ਇਹ ਯਾਤਰਾ ਜਿੰਨਾ ਚਿਰ ਕਿਸਾਨਾਂ ਦਾ ਅੰਦੋਲਨ ਚੱਲਦਾ ਵਾ ਆਪਣੀਆਂ ਯਾਤਰਾਵਾਂ ਬੰਦ ਕਰਨਾ। ਜੇ ਕਿਸਾਨਾਂ ਦੀ ਹਮਾਇਤ ਕਰਨੀ ਤੇ ਕਰ ਸਕਣ। ਕੋਈ ਇਹਨਾਂ ਨੂੰ ਬਹੁਤੀ ਕਾਹਲੀ ਨਹੀਂ ਪਈ। ਅਜੇ ਵੋਟਾਂ ਦੇ ਵਿੱਚ 7 ਮਹੀਨੇ ਆ। ਅੱਜ ਤੋਂ ਇਹਨਾਂ ਨੂੰ ਜਿਹੜੇ ਤੇ ਇਹੋ ਜਿਹੇ ਵਰਤਾਓ ਵਰਤਾ ਰਹੇ ਸੀ ਤੇ ਇਹਨਾਂ ਸਿਆਸੀ ਪਾਰਟੀਆਂ ਨੂੰ ਕਹਾਂਗੇ ਵੀ ਸਾਨੂੰ ਅਮਨ ਚੈਨ ਦੇ ਨਾਲ ਜਿਹੜਾ ਉਹ ਸੰਘਰਸ਼ ਸਾਨੂੰ ਲੜਨ ਦੇਣ। ਪ੍ਰਧਾਨ ਜੀ, ਜੇਕਰ 2024 ਤੱਕ ਮੋਦੀ ਸਰਕਾਰ ਦਾ ਆੜੀਅਰ ਰਵੱਈਆ ਇਸ ਤਰ੍ਹਾਂ ਹੀ ਰਹਿੰਦਾ ਤੇ ਸੰਘਰਸ਼ ਇਸੇ ਤਰ੍ਹਾਂ ਹੀ ਦਿੱਲੀ ਚੱਲਦਾ ਰਹਿੰਦਾ ਆ, ਤੇ ਤੁਸੀਂ ਜਿਹੜੀ ਆ ਇੱਥੋਂ ਪੰਜਾਬ ਤੋਂ ਜਿਹੜੇ ਜਥੇ ਜਾਣੇ ਆ, ਕੀ ਰੂਪ ਰੇਖਾ ਉਹਦੀ ਬਣਾਓਗੇ? ਕਿਸ ਤਰੀਕੇ ਨਾਲ ਉਸ ਸੰਘਰਸ਼ ਤੱਕ ਲੈ ਕੇ ਚੱਲੋਗੇ? ਵੇਖੋ ਜੀ, ਇਹਦੇ ਵਿੱਚ ਕੋਈ ਭੁੱਲ ਵਾਲੀ ਗੱਲ ਨਹੀਂ ਗੀ। 26 ਤਰੀਕ ਨੂੰ 9 ਮਹੀਨੇ ਹੋ ਜਾਣੇ ਆ। 9 ਮਹੀਨਿਆਂ ਤੋਂ ਸੰਘਰਸ਼ ਜਿਹੜਾ ਵਾ ਲਗਾਤਾਰ ਲਈ ਚੱਲਦਾ ਆਇਆ ਵਾ। ਦਿਨ ਪਰ ਦਿਨ ਉਹ ਜਿਹੜਾ ਸੰਘਰਸ਼ ਆ ਉਹ ਵੱਧ ਰਿਹਾ ਵਾ। ਕੋਈ ਉਹਦੇ ਵਿੱਚ ਟੈਨਸ਼ਨ ਨਹੀਂ ਕਿ ਅੱਜ ਵੀ ਜਿੱਦਾਂ ਅਸੀਂ 26 ਤਰੀਕ ਨੂੰ ਜਾ ਰਹੇ ਸਾਰੇ ਜਥੇਬੰਦੀਆਂ ਅੱਗੇ ਜਿੱਦਾਂ ਸਰਕਾਰ ਕਹਿੰਦੀ ਸੀ ਇਹ ਪੰਜਾਬ ਦਾ ਵਾ, ਇਹ ਹਰਿਆਣੇ ਦਾ ਵਾ। ਆ ਜਿਹੜੀ ਕਨਵੈਨਸ਼ਨ ਹੋ ਰਹੀ ਆ ਜਾਂ ਅੱਜ ਤੋਂ 20 ਦਿਨ ਪਹਿਲਾਂ ਇਹ ਆਪਣੀਆਂ 2 ਹੱਦਾਂ ਗਿਣੀਆਂ ਜਾਂਦੀਆਂ ਵਾ। ਇੱਥੋਂ ਸ਼੍ਰੀਨਗਰ ਤੋਂ, ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ। ਤਾਮਿਲਨਾਡੂ ਦੇ ਵਿੱਚੋਂ ਏਡੇ ਵੱਡੇ ਜਥੇ ਆ ਰਹੇ, ਰੋਜ਼ ਦੀਆਂ ਰੋਜ਼ ਰੇਲਾਂ ਭਰ ਕੇ ਜਿਹੜੀਆਂ ਵਾ ਉਸ ਸੰਘਰਸ਼ ਦੇ ਵਿੱਚ ਉਤਰ ਰਹੀਆਂ ਵਾ। ਕਰਨਾਟਕਾ, ਪੱਛਮੀ ਬੰਗਾਲ, ਕਿੰਨੇ ਮੈਂ ਸਾਰੇ ਹਿੰਦੁਸਤਾਨ ਦੇ ਸੂਬਿਆਂ ਦੀ ਮੈਂ ਗੱਲ ਕਰੂੰਗਾ। 15-20 ਦਿਨਾਂ ਦੇ ਵਿੱਚੋਂ ਇਸ ਮੋਰਚੇ ਦੇ ਵਿੱਚ ਸਾਰਾ ਹਿੰਦੁਸਤਾਨ ਜਿਹੜਾ ਭਾਰਤ ਆਣ ਕੇ ਜਿਹੜਾ ਵਾ ਉਹ ਸ਼ਮੂਲੀਅਤ ਕਰ ਰਿਹਾ ਵਾ। ਇਹ ਅਸੀਂ ਬੜੇ ਇਸ ਤਰੀਕੇ ਨਾਲ ਚਲਾ ਰਹੇ ਹਾਂ ਇਹਨੂੰ ਸੰਘਰਸ਼ ਨੂੰ। ਅਸੀਂ ਵੀ ਚਾਹੁੰਦੇ ਹਾਂ ਸਰਕਾਰ ਨੇ ਮੰਨਦੀ 24 ਤੱਕ ਚਲਾਵਾਂਗੇ ਤੇ ਸ਼ਾਂਤਮਈ ਇਹਨੂੰ ਚਲਾਵਾਂਗੇ। ਇਹਦਾ ਮੋਦੀ ਜਿਹੜੀ ਗੱਲ ਕਰਦਾ ਵਾ ਇਹਦਾ ਝੋਲਾ ਇਹਦੇ ਗਲ ਦੇ ਵਿੱਚ ਪਾ ਕੇ ਤੇ ਫਿਰ ਇਹਨੂੰ ਸਰਕਾਰ 'ਚੋਂ ਕੱਢਾਂਗੇ। ਇਹ ਅਸੀਂ 24 ਤੱਕ ਵੀ ਤਿਆਰ ਹਾਂ, ਬਿਲਕੁਲ ਸ਼ਾਂਤਮਈ ਤਿਆਰ ਹਾਂ। ਮੋਰਚਾ ਚੱਲਦਾ ਰਹਿਣਾ। ਮੋਰਚੇ ਦੇ ਵਿੱਚ ਬਹੁਤ ਕੁਛ
ਜੋ ਕੁਝ ਪਹਿਲਾਂ ਵਾਪਰਨਾ ਸੀ ਉਹ ਵਾਪਰ ਗਿਆ ਵਾ। ਉਹਨੂੰ ਅਸੀਂ ਬੜੇ ਤਰੀਕੇ ਦੇ ਨਾਲ ਜਿਹੜਾ ਵਾ ਉਹ ਮਸਲੇ ਦਾ ਹੱਲ ਜਿਹੜਾ ਅਸੀਂ ਕੀਤਾ ਵਾ। ਜਿਹੜੇ ਭੜਕਾਊ ਵਿੱਚ ਰਲੇ ਸੀ, ਕੁਝ ਹੋਰ ਰਲੇ ਸੀ, ਕਈਆਂ ਦੀ ਮਨਸਾ ਹੋਰ ਸੀ। ਇਸ ਕਰਕੇ ਸਰਕਾਰ ਦੀਆਂ ਆਪਣੀਆਂ ਜਿਹੜੀਆਂ ਵਾ ਏਜੰਸੀਆਂ ਵਾ ਉਹ ਵਿੱਚ ਸਾਡੇ ਵੜੀਆਂ ਸੀ। ਉਹਨਾਂ 'ਚੋਂ ਅਸੀਂ ਬੜਾ ਕੁਝ ਸਾਫ਼ ਕਰਕੇ ਨਿਕਲੇ ਆ। ਇਹ 24 ਤੱਕ ਵੀ ਚੱਲੂਗਾ, ਇੱਦਾਂ ਹੀ ਚੱਲਦਾ ਰਹੂਗਾ ਤੇ ਮੋਰਚਾ ਜਿੱਤ ਕੇ ਆਵਾਂਗੇ। ਮੋਰਚੇ ਨੂੰ ਛੱਡ ਕੇ ਨਹੀਂ ਵਿੱਚ ਆਵਾਂਗੇ ਪੰਜਾਬ ਦੀਆਂ ਜਿੱਥੇ ਵੋਟਾਂ ਦੀ ਪਹਿਲਾਂ ਗੱਲ ਕੀਤੀ ਸੀ। ਅਸੀਂ ਤੁਹਾਡੇ ਮੀਡੀਆ ਜਰੀਏ ਇਹ ਦੱਸਣਾ ਚਾਹੁੰਦੇ ਹਾਂ, ਜਿਹੜੀਆਂ ਪੰਜਾਬ ਦੀਆਂ ਜਾਂ ਇਲੈਕਸ਼ਨਾਂ ਹੋ ਰਹੀਆਂ 22 ਦੇ ਵਿੱਚ ਅਸੀਂ ਪੰਜਾਬ ਤੋਂ ਜਿਹੜਾ ਸੰਘਰਸ਼ ਸ਼ੁਰੂ ਕੀਤਾ ਸੀ। ਅਸੀਂ ਪੰਜਾਬ ਦੀਆਂ 32 ਜਥੇਬੰਦੀਆਂ ਇਸ ਮੋਰਚੇ ਦੇ ਬਹੁਤ ਵੱਡੇ ਜ਼ਿੰਮੇਵਾਰ ਹਾਂ। ਇਸ ਕਰਕੇ ਅਸੀਂ ਵੋਟਾਂ ਵਾਲੇ ਸਿਸਟਮ ਨੂੰ ਅਸੀਂ ਬੜਾ ਜਾਣਦੇ ਅੰਦਰ ਬਾਹਰੋਂ। ਅਸੀਂ ਤਾਂ ਕਹਿੰਦੇ ਆ ਵੀ ਇਹ ਅੱਜ ਸਾਡਾ ਮੋਰਚਾ ਜਿਹੜਾ ਉਹ 1 ਨੰਬਰ ਤੇ ਆ। ਉਹ ਆ ਜਿਹੜੀਆਂ ਵੋਟਾਂ ਸਾਡੀਆਂ ਵਾ ਉਹਨਾਂ ਨੂੰ ਫੇਰ ਮੈਂ ਤੁਹਾਡੇ ਮੀਡੀਆ ਜਰੀਏ ਦੱਸਣਾ ਚਾਹੀਦਾ, ਸਾਡੀ ਬਾਜ ਵਾਲੀ ਆਖਿਆ ਜਿਹੜੇ ਅਸੀਂ ਉੱਥੇ ਆਗੂ ਬੈਠੇ ਆ, ਜਾਂ ਸੰਯੁਕਤ ਮੋਰਚਾ ਵਾ ਜਾਂ ਸਾਡਾ ਪੰਜਾਬ ਦੀਆਂ ਜਥੇਬੰਦੀਆਂ ਦਾ ਸਾਡਾ ਇੱਕ ਮੰਚ ਆ। ਸਾਡੀ ਬਾਜ ਵਰਗੀ ਆਖਿਆ ਇਸ ਵੋਟਾਂ ਦੇ ਵਿੱਚ ਵੀ ਜਦੋਂ ਕੋਈ ਇਲੈਕਸ਼ਨਾਂ ਦਾ ਦੌਰ ਆਊਗਾ ਇਹੋ ਜਿਹਾ ਰੋਲ ਨਿਭਾਵਾਂਗੇ। ਉਹ ਟਾਈਮ ਆਣ ਕੇ ਦੱਸੂਗਾ। ਅਸੀਂ ਦੱਸਣਾ ਚਾਹੁੰਦੇ ਆ ਵੀ ਰੋਟੀ ਅਜੇ ਜਿਹੜੀ ਆ ਉਹ ਜਿਹੜੀ ਆ ਜੇ ਪੱਕੀ ਨਹੀਂ ਗੀ। ਕੱਚੀ ਰੋਟੀ ਥੱਲੇ ਤਵੇ ਤੋਂ ਜਿਹੜੀ ਥੱਲਣੀ ਆ ਉਹ ਨੁਕਸਾਨ ਕਰਦੀ ਆ। ਉਹਦਾ ਪਾਸਾ ਪੱਕੇ ਫੇਰ ਥੱਲੀਏ, ਫਿਰ ਦੋਹਾਂ ਪਾਸੇ ਤੋਂ ਬਣ ਜਾਂਦੀ ਆ। ਇੱਥੇ ਇੱਕ ਗੱਲ ਆਈ ਹੈ, ਜੇ ਰੋਟੀ ਕੱਚੀ ਆ, ਜਿੱਦਣ ਰੋਟੀ ਬਣੀ ਉਦੋਂ ਉਹਦਾ ਥੱਲਾ ਵੀ ਥੱਲਾਂਗੇ। ਤੇ ਇਹਨਾਂ ਪੰਜਾਬ ਦੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਸਾਰਿਆਂ ਨੂੰ, ਹਿੰਦੁਸਤਾਨ ਦੇ ਕਿਸਾਨਾਂ ਨੂੰ ਇੱਕ ਵਧੀਆ ਜਿਹੜਾ ਉਹ ਲੈਣ ਦੇਵਾਂਗੇ ਤੇ ਉਹਦੇ ਮੁਤਾਬਕ ਇਹ ਜਿਹੜਾ ਅਗਲਾ ਕੋਈ ਆ ਚੱਲਣਾ ਵਾ। ਬੜਾ ਕੁਝ ਅਸੀਂ ਲਿਖਿਆ ਵਾ। ਯੂਪੀ ਦੇ ਵਿੱਚ ਵੜ ਰਹੇ ਹਾਂ, ਆਪਣੇ ਪੱਛਮੀ ਬੰਗਾਲ ਦੇ ਵਿੱਚੋਂ ਇਹਨਾਂ ਨੂੰ ਹਰਾ ਕੇ ਆਏ ਆ, ਹੁਣ ਇੱਥੋਂ ਯੂਪੀ 'ਚੋਂ ਹਰਾ ਰਹੇ ਆ ਇਹਨਾਂ ਨੂੰ। ਤੇ ਪੰਜਾਬ ਦੇ ਵਿੱਚ ਤੇ ਭਾਜਪਾ ਦਾ ਨਾਂ ਹੀ ਨਹੀਂਗਾ। ਇਹਨਾਂ ਨੂੰ ਘਰਾਂ 'ਚ ਨਹੀਂ ਵੜਨ ਦੇਣ ਦਾ। ਇਹਨਾਂ ਦਾ ਬਹੁਤ ਵੱਡਾ ਵਿਰੋਧ ਹੋ ਰਿਹਾ। ਪੰਜਾਬ ਦੀ ਜਿਹੜੀ ਆਪਣੀ ਭਾਜਪਾ ਵਾ ਉਹਦੇ ਅੰਦਰ ਖਲਬਲੀ ਮੱਚੀ ਪਈ ਆ। ਆਪਣੇ ਭਾਜਪਾ ਦੇ ਝੰਡੇ ਲਾ ਕੇ ਕੱਲ ਇਹਨਾਂ ਦਾ ਇੱਕ ਆਗੂ ਨਾਲੇ ਅਸਤੀਫਾ ਦਿੱਤਾ ਵਾ ਪਾਰਟੀ ਤੋਂ, ਨਾਲੇ ਕਿਸਾਨਾਂ ਦਾ ਝੰਡਾ ਚੜਾਇਆ, ਨਾਲੇ ਭੁੱਬਾਂ ਮਾਰ ਰੋਇਆ ਆਪਦੀ ਪਾਰਟੀ ਤੇ। ਇਸ ਕਰਕੇ ਆ ਸਾਰਾ ਕੁਝ ਠੀਕ ਨਹੀਂਗਾ। ਇਹ ਮੋਦੀ ਨੂੰ ਬਹੁਤ ਇਹਦਾ ਜਿਹੜਾ ਵਾ ਇਹ ਅਸਰ ਜਿਹੜਾ ਵਾ ਇਹ ਅੰਦੋਲਨ ਦਾ ਜਾ ਰਿਹਾ ਵਾ। ਸਰਕਾਰ ਫਸੀ ਪਈ ਆ। ਇਹਦੇ ਵਿੱਚ ਅਸੀਂ ਮੋਰਚਾ ਜਿੱਤ ਕੇ ਫੇਰ ਆਵਾਂਗੇ। ਤੁਹਾਡਾ ਮੀਡੀਆ ਰੀਏ ਦੱਸਦੇ ਆ। ਆ ਵੇਖੋ ਕਿੱਡੇ ਪਵਿੱਤਰ ਜਗ੍ਹਾ ਜਿਹੜੀਆਂ ਮੀਟਿੰਗਾਂ ਲੱਗ ਰਹੀਆਂ, ਵੱਡੀਆਂ ਮੀਟਿੰਗਾਂ ਲੱਗ ਰਹੀਆਂ। ਇਹ ਤਾਂ ਹੀ ਲੱਗ ਰਹੀਆਂ ਕਿ ਇਸ ਮੋਰਚੇ ਨੂੰ ਜਿੱਤਣ ਵਾਲਾ ਜਿਹੜਾ ਮਾਹੌਲ ਆ ਉਹ ਲੋਕ ਸਿਰਜ ਰਹੇ ਆ। ਤੇ ਲੋਕਾਂ ਦਾ ਮਨ ਆ ਕਿ ਮੋਰਚਾ ਜਿਹੜਾ ਵਾ ਇਹ ਸਾਡਾ ਜਿੱਤਿਆ ਜਾਵੇ, ਕਿਤੇ ਹਾਰ ਨਾ ਜਾਵੇ। ਭਾਵੇਂ ਉਹ ਕੋਈ ਮੋਰਚੇ ਦੇ ਵਿੱਚ ਜਾਂਦਾ ਵਾ ਜਾਂ ਕੋਈ ਪਿੰਡ ਦੇ ਵਿੱਚ ਬੈਠਾ ਵਾ, ਉਹਦੀ ਅੰਦਰਲੀ ਇੱਛਾ ਇਹ ਆ ਵੀ ਕਿਤੇ ਸਾਡੇ ਜਿਹੜੇ ਉੱਥੇ ਜਥੇਬੰਦੀਆਂ ਬੈਠੀਆਂ ਕਿਤੇ ਹਾਰ ਨਾ ਜਾਣ। ਉਹ ਪ੍ਰਮਾਤਮਾ ਅੱਗੇ ਰਾਤ ਦਿਨ ਅਰਦਾਸ ਕਰਦੇ ਆ। ਇਸ ਕਰਕੇ ਸਾਨੂੰ ਵਿਸ਼ਵਾਸ ਆ ਕਿ ਅਸੀਂ ਇਹ ਜਿਹੜਾ ਮੋਰਚਾ ਵਾ ਛੇਤੀ ਜਿੱਤ ਲੈਣਾ। ਵਾਹਿਗੁਰੂ ਜੀ। ਪ੍ਰੋਫੈਸਰ ਸਾਹਿਬ, ਬੀਤੇ ਲੰਬੇ ਸਮੇਂ ਤੋਂ ਜਿਹੜਾ ਸਮੁੱਚੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਵਿਰੁੱਧ ਜਿਹੜੇ 3 ਕਾਲੇ ਕਾਨੂੰਨ ਉਹਨਾਂ ਪਾਸ ਕੀਤੇ, ਉਹਦੇ ਵਿਰੁੱਧ ਜਿਹੜਾ ਮੋਰਚਾ ਲਾਇਆ ਹੋਇਆ ਦਿੱਲੀ ਦੇ ਵਿੱਚ, ਅੱਜ ਲੰਮਾ ਸਮਾਂ ਹੋਇਆ ਉਸ ਸੰਘਰਸ਼ ਨੂੰ ਚੱਲਦਿਆਂ। ਕਿਸ ਤਰ੍ਹਾਂ ਨਾਲ ਲੈਂਦੇ ਜੇ ਤੁਸੀਂ ਕਿ ਮੋਰਚਾ ਅੱਜ ਕਿਸ ਹਾਲਾਤ 'ਚ ਆ ਤੇ ਸਰਕਾਰਾਂ ਜਿਹੜੀਆਂ ਆ, ਚਾਹੇ ਉਹ ਸੂਬਾ ਸਰਕਾਰਾਂ ਚਾਹੇ ਉਹ ਸੈਂਟਰ ਸਰਕਾਰਾਂ, ਕਿਸ ਸਥਿਤੀ ਦੇ ਵਿੱਚ ਨੇ? ਕੀ ਕਹੋਗੇ ਇਹਦੇ ਬਾਰੇ? ਦੇਖੋ, ਮੋਰਚਾ ਚੱਲਦਿਆਂ ਨੂੰ ਸਾਲ ਤੋਂ ਵੱਧ ਹੋ ਗਿਆ ਪੰਜਾਬ ਹਰਿਆਣੇ 'ਚ, ਤੇ 9 ਮਹੀਨੇ ਸਾਨੂੰ ਹੋ ਚੱਲੇ ਨੇ ਦਿੱਲੀ ਦੇ ਬਾਰਡਰਾਂ ਤੇ। ਮੋਰਚਾ ਪਹਿਲਾਂ ਵੀ ਚੜ੍ਹਦੀ ਕਲਾ ਵਿੱਚ ਸੀ, ਅੱਜ ਵੀ ਚੜ੍ਹਦੀ ਕਲਾ ਵਿੱਚ ਹੈ। ਮੋਰਚੇ ਦਾ ਨਾਮ ਮੋਰਚਾ ਇਸ ਲਈ ਦਿੱਤਾ ਗਿਆ ਬਿਕੋਜ਼ ਲੰਬੇ ਚੱਲਦੇ ਨੇ। ਇਹ ਕੋਈ 2-4 ਦਿਨ ਦੀ ਪਿਕਨਿਕ ਪਾਰਟੀ ਤਾਂ ਹੈ ਨਹੀਂ ਗੀ। ਸਾਡੀ ਜਥੇਬੰਦੀਆਂ ਦੇ ਜਿੰਨੇ ਵੀ ਉੱਥੇ ਆਗੂ ਬੈਠੇ ਨੇ, ਜਿੰਨੇ ਵੀ ਸਾਡੀਆਂ ਹੋਰ ਸੰਯੁਕਤ ਕਿਸਾਨ ਮੋਰਚੇ ਦੇ ਅੰਡਰ ਹੋਰ ਵੀ ਜਥੇਬੰਦੀਆਂ ਆਉਂਦੀਆਂ ਨੇ, ਸਭ ਨੇ ਇੱਕ ਇਹੋ ਜਿਹਾ ਰੋਲ ਪਲੇ ਕੀਤਾ ਹੈ ਜਿਹਦੇ ਵਿੱਚ ਕਿ ਸਰਕਾਰਾਂ ਨੂੰ ਇਹ ਪਤਾ ਲੱਗ ਗਿਆ, ਉਹਨਾਂ ਦੇ IAS ਅਫਸਰਾਂ ਨੂੰ, ਕਿ ਜੇ ਸਾਡੇ ਨਾਲ ਗੱਲ ਕਰਨੀ ਹੈ ਤਾਂ ਦਲੀਲ ਦੇ ਬੇਸ ਤੇ ਕਰਨੀ ਹੈ। ਜੇ ਕੋਈ ਐਕਸ਼ਨ ਲੈਣਾ ਹੈ ਤਾਂ ਅੱਗਿਓਂ ਕਿਸਾਨਾਂ ਨੂੰ ਸਭ ਪਤਾ ਹੈ ਕਿ ਹਾਂਜੀ ਕਿਸਾਨ ਹੁਣ ਉਹ ਕਿਸਾਨ ਨਹੀਂ ਰਿਹਾ ਕਿ ਜਿਹੜਾ ਅਨਪੜ੍ਹ ਹੁੰਦਾ ਸੀ ਤੇ ਇਹ ਬੇਵਕੂਫ ਬਣਾ ਜਾਂਦੇ ਸੀ। ਅੱਜ ਜੇ ਅਸੀਂ ਮੀਟਿੰਗਾਂ 11 ਦੌਰ ਚੱਲੇ ਨੇ ਤਾਂ IAS ਅਫਸਰਾਂ ਨੂੰ ਇਹ ਦੱਸ ਦਿੱਤਾ ਗਿਆ ਹੈ ਕਿ ਜੇ ਤੁਸੀਂ ਸਾਡੇ ਨਾਲ ਕੋਈ ਗੱਲ ਕਰੋਗੇ ਤਾਂ ਤੁਹਾਡੀ ਗੱਲ ਦਾ ਜਵਾਬ ਦਲੀਲ ਨਾਲ ਦੇ ਕੇ ਤੁਹਾਡੀ ਗਲਤੀ ਵੀ ਕੱਢੀ ਜਾ ਸਕਦੀ ਹੈ, ਜੋ ਕਿ ਐਗਰੀਕਲਚਰ ਮਿਨਿਸਟਰ ਆਫ ਇੰਡੀਆ ਤੋਮਰ ਜੀ ਨੇ ਮੰਨੀ ਵੀ ਹੈਗੀ ਹੈ। ਜੇ ਤੁਸੀਂ ਗੱਲ ਕਰ ਰਹੇ ਹੋ ਸੈਂਟਰ ਸਰਕਾਰ ਤੇ ਸਟੇਟ ਗਵਰਨਮੈਂਟ ਦੀ, ਮੈਂ ਤੁਹਾਨੂੰ ਭਾਜੀ ਇੱਕ ਚੀਜ਼ ਦੱਸ ਦੇਣਾ ਚਾਹੁੰਦਾ ਕਿ 75 ਸਾਲ ਸਾਡੇ ਮੁਲਕ ਨੂੰ ਆਜ਼ਾਦ ਹੋਇਆ ਨੂੰ ਹੋ ਗਏ ਨੇ। ਜੇ ਅੱਜ ਵੀ ਸਾਡੇ ਬਜ਼ੁਰਗਾਂ ਨੂੰ ਸੜਕਾਂ ਤੇ ਬਹਿਣਾ ਪੈ ਰਿਹਾ ਹੈ ਗਰਮੀ 'ਚ, ਤਾਂ ਇਹ ਨਾਕਾਮਯਾਬੀ ਸਾਡੀ ਨਹੀਂ ਹੈਗੀ, ਇਹ ਨਾਕਾਮਯਾਬੀ ਸੂਬਾ ਸਰਕਾਰ ਦੀ ਤੇ ਸੈਂਟਰ ਗਵਰਨਮੈਂਟ ਦੀ ਹੈ, ਚਾਹੇ ਕਿਸੇ ਵੀ ਪਾਰਟੀ ਦੀ ਹੋਵੇ। ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸ ਦੇਣਾ ਚਾਹੁੰਦਾ ਆਮ ਲੋਕਾਂ ਨੂੰ ਕਿ ਅੱਜ ਵੀ ਜਾਗ ਜਾਓ,
ਤਾਂ ਜੋ ਸਾਡੇ ਬਜ਼ੁਰਗਾਂ ਦਾ ਜਿਹੜਾ ਬੁਢਾਪਾ ਸੁਧਰ ਜਾਏ, ਆਉਣ ਵਾਲੀਆਂ ਜਨਰੇਸ਼ਨਸ ਦਾ ਜਿਨ੍ਹਾਂ ਨੂੰ ਆਪਾਂ ਮੂੰਹ ਦਿਖਾ ਸਕੀਏ। ਜੇ ਅੱਜ ਵੀ ਨਾ ਸੁਧਰੇ, ਅੱਜ ਵੀ ਛੋਟੀਆਂ-ਛੋਟੀਆਂ ਗੱਲਾਂ ਕਰਕੇ ਇਹਨਾਂ ਨੂੰ ਰਾਜ-ਬਾਜ ਬਖਸ਼ਦੇ ਰਹੇ, ਤਾਂ ਫਿਰ ਆਉਣ ਵਾਲੇ ਜਨਰੇਸ਼ਨਸ ਨਾ ਤਾਂ ਸਾਡੇ ਨਾਲ ਖੁਸ਼ ਰਹਿਣਗੀਆਂ ਤੇ ਨਾ ਹੀ ਆਪਾਂ ਕੁਝ ਕਰ ਪਾਵਾਂਗੇ। ਤਾਂ ਹੀ ਸਾਡਾ ਸਾਰਾ ਯੂਥ ਅੱਜ ਦੇ ਟਾਈਮ 'ਚ ਕੈਨੇਡਾ ਵੱਲ ਤੇ ਬਾਹਰਲੀਆਂ ਕੰਟਰੀਆਂ ਵੱਲ ਭੱਜ ਰਿਹਾ ਜੀ। ਰਿਸਪੌਂਸ ਜਿਹੜਾ ਆ ਮੋਰਚੇ ਨੂੰ ਮਿਲ ਰਿਹਾ ਆ, ਤੁਸੀਂ ਇਹ ਸਮਝਦੇ ਜੇ ਕਿ ਪੰਜਾਬ ਤੋਂ ਜਾਂ ਦੇਸ਼ ਦੇ ਬਾਕੀ ਜਿਹੜੇ ਸੂਬੇ ਉਹਨਾਂ ਦੇ ਵਿੱਚੋਂ ਕਿਸਾਨੀ ਤੋਂ ਇਲਾਵਾ ਜਿਹੜੇ ਲੋਕ ਆ ਉਹ ਇਸ ਮੋਰਚੇ ਨਾਲ ਜੁੜ ਰਹੇ? ਬਿਲਕੁਲ ਜੁੜ ਰਹੇ ਨੇ ਜੀ। ਦੇਖੋ ਅੱਜ ਦੀ ਡੇਟ 'ਚ ਮੈਂ ਇਹ ਚੀਜ਼ ਦੱਸ ਦੇਣਾ ਚਾਹੁੰਦਾ ਕਿ ਕਿਸਾਨੀ ਮੋਰਚਾ ਸਿਰਫ ਕਿਸਾਨਾਂ ਤੱਕ ਸੀਮਿਤ ਨਹੀਂ ਰਹਿ ਗਿਆ, ਇਹ ਤਾਂ ਹਰ ਘਰ ਜਨ ਦੀ ਲੜਾਈ ਬਣ ਗਈ ਹੈ। ਤਾਂ ਜੋ ਇਸ ਸਰਕਾਰ ਨਾਲ ਇਸ ਤਰੀਕੇ ਨਾਲ ਟਾਕਰਾ ਕੀਤਾ ਜਾਵੇ ਕਿ ਇਸ ਸਰਕਾਰ ਦੀਆਂ ਜਿਹੜੀਆਂ ਬਦ ਨੀਤੀਆਂ ਨੇ ਉਹ ਹਰ ਵਰਗ ਨੂੰ, ਚਾਹੇ ਉਹ ਵਪਾਰੀ ਹੈ, ਚਾਹੇ ਉਹ ਛੋਟਾ ਬਿਜ਼ਨਸਮੈਨ ਹੈ, ਚਾਹੇ ਉਹ ਨੌਕਰੀ ਵਾਲਾ ਹੈ, ਚਾਹੇ ਕੋਈ ਬੰਦਾ ਵੀ ਹੈ, ਚਾਹੇ ਕੋਈ ਮੈਂ ਕਹਿੰਦਾ ਪੜ੍ਹਿਆ ਲਿਖਿਆ ਬੇਰੁਜ਼ਗਾਰ ਵੀ ਘਰ ਬੈਠਾ ਹੈ, ਉਹ ਬੰਦੇ ਵੀ ਇੰਨੇ ਕੁ ਜਾਗਰੂਕ ਹੋ ਗਏ ਨੇ ਜਿਹੜੇ ਕਿ ਕਿਸਾਨਾਂ ਦਾ ਪੂਰਾ ਡਟ ਕੇ ਸਾਥ ਦੇ ਰਹੇ ਨੇ। ਇੱਕ ਸਿੱਧੀ ਜੀ ਗੱਲ ਹੈ ਭਾਈ ਸਾਹਿਬ, ਜੇ ਰੋਟੀ ਖਾਵਾਂਗੇ ਤਾਂ ਜਿਉਂਦੇ ਰਵਾਂਗੇ। ਤਾਂ ਸਾਡਾ ਅੰਨਦਾਤਾ ਜੋ ਸੜਕਾਂ ਤੇ ਬੈਠਾ ਹੈ, ਜਿਹਦੀ ਉਗਾਈ ਰੋਟੀ ਅਸੀਂ 3 ਵਾਰ ਖਾਂਦੇ ਹਾਂ ਦਿਹਾੜੀ ਦੇ ਵਿੱਚ, ਜੇ ਆਪਾਂ ਉਹਨਾਂ ਦਾ ਸਾਥ ਨਹੀਂ ਦੇ ਸਕਦੇ ਤਾਂ ਫਿਰ ਅਸੀਂ ਆਪਣੇ ਆਪ ਨਾਲ ਤੇ ਆਪਣੇ ਪਰਮਾਤਮਾ ਨਾਲ ਬੇਇਨਸਾਫੀ ਕਰ ਰਹੇ ਹਾਂ।